जिन्ने भी दूरा नेड़िਆਂ ਤੋਂ देख रहे ने ਤੇ ਅਸੀਂ ਅੱਜ जिस टॉपिक ਤੇ ਗੱਲ ਕਰਨ ਜਾ ਰਹੇ ਹਾਂ ਉਹ ਇਹ ਟੌਪਿਕ ਹੈ ਕਿ ਸਾਡੇ ਜਿਹੜੇ ਯੂਥ ਆ ਉਹ ਬੜੇ ਹੀ ਤਰੀਕਿਆਂ ਨਾਲ ਜਿਹੜਾ ਕਿ ਐਬਰੋਡ ਜਾਣ ਦੀ ਇੱਛਾ ਰੱਖਦੇ ਨੇ ਕਿ ਅਸੀਂ ਇੱਦਾਂ ਨਹੀਂ ਤਾਂ ਕਿਸੇ ਹੋਰ ਵੇ ਨਾਲ ਅਸੀਂ ਚਲੇ ਜਾਈਏ ਤੇ ਬਟ ਉਹ ਵੇ ਸਹੀ ਨਹੀਂ ਹੈਗੇ। ਉਹਨਾਂ ਬਾਰੇ ਕੁਛ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਸੌਰੀ ਕਿ ਜਿਹੜੀ ਡੌਂਕੀ ਲਾਉਣੀ ਹੈ ਉਹ ਕੋਈ ਸੌਖਾ ਕੰਮ ਨਹੀਂ ਹੈਗਾ, ਬੜਾ ਔਖਾ ਕੰਮ ਆ। ਕੁਛ ਮੈਂ ਗੱਲਾਂ ਜਾਂ ਕੁਛ ਐਕਸਪੀਰੀਅੰਸ ਜਿਹੜੇ ਕਿ ਮੈਂ ਖੁਦ ਆਪਣੇ ਕੰਨੀ ਸੁਣੇ ਆ ਅਤੇ ਕੁਛ ਚੀਜ਼ਾਂ ਦੇਖੀਆਂ ਵਾ ਕਿ ਕੋਈ ਜਾਂਦੇ ਜਾਂਦੇ ਰਾਹ ਦੇ ਵਿੱਚ ਮਰ ਜਾਂਦੇ ਆ, ਕਈਆਂ ਦਾ ਪਤਾ ਨਹੀਂ ਲੱਗਦਾ ਹੈਗਾ, ਪਿੱਛੇ ਕਰਦੇ ਰਹਿੰਦੇ ਆ। ਜਿਸ ਪੈਸਾ ਕਮਾਉਣਾ ਵਾ ਜੇ ਥੋੜ੍ਹਾ ਜਿਹਾ ਪੈਸਾ ਹੈਗਾ ਤਾਂ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਵਧੀਆ ਸਫੀਸ਼ੀਐਂਟ ਆਪਣੇ ਘਰਦਿਆਂ ਨਾਲ ਰਹਿ ਕੇ ਅਸੀਂ ਲਾਈਫ ਬਤੀਤ ਕਰ ਸਕਦੇ ਹਾਂ, ਵਧੀਆ ਗੁਜ਼ਾਰਾ ਕਰ ਸਕਦੇ ਹਾਂ। ਜ਼ਿਆਦਾ ਨਾ ਚਾਹੁੰਦੇ ਨੇ ਜੇ ਤੁਸੀਂ ਇੱਕ ਬਹੁਤ ਵਧੀਆ ਜ਼ਿਆਦਾ ਵਧੀਆ ਚਾਹੁੰਦੇ ਆ ਤਾਂ ਇੱਕ ਸਹੀ ਪਾਥ ਦੇ ਥਰੂ ਤੁਸੀਂ ਜਾਓ ਆਪਣੀ ਲਾਈਫ ਨੂੰ। ਜੇ ਤੁਸੀਂ ਹੋਰ ਵਧੀਆ ਚਾਹੁੰਦੇ ਹੋ ਮੇਰਾ ਕਹਿੰਦਾ ਬਾਬਾ ਤਾਂ ਤੁਸੀਂ ਇੱਕ ਸਹੀ ਪਾਥ ਇੱਕ ਸਹੀ ਵੇ ਹੋਵੇ ਕਿ ਜਿਹਦੇ ਜ਼ਰੀਏ ਅਸੀਂ ਜਾਈਏ, ਨਾ ਤਾਂ ਸਾਡੇ ਘਰਦਿਆਂ ਨੂੰ ਪ੍ਰੋਬਲਮ ਹੋਵੇ, ਜੇ ਤੁਸੀਂ ਮੈਰਿਡ ਹੋ ਨਾ ਤੁਹਾਡੀ ਵਾਈਫ ਨੂੰ ਪ੍ਰੋਬਲਮ, ਨਾ ਤੁਹਾਡੇ ਬੱਚਿਆਂ ਨੂੰ ਪ੍ਰੋਬਲਮ। ਸਭ ਤੋਂ ਵੱਡੀ ਗੱਲ ਤੁਹਾਨੂੰ ਖੁਦ ਨੂੰ ਪ੍ਰੋਬਲਮ ਨਾ ਹੋਵੇ ਕਿ ਜਦੋਂ ਅਸੀਂ ਡੌਂਕੀਆਂ ਲਾਉਂਦੇ ਹਾਂ, ਮੰਨ ਲਓ ਮੈਂ ਵੱਡੀ ਡੌਂਕੀ ਦੇ ਨਹੀਂ ਜਾਣਾ, ਹਾਲੇ ਛੋਟੀ ਛੋਟੀ ਡੌਂਕੀਆਂ ਤੋਂ ਜਾਵਾਂਗੇ। ਸਭ ਤੋਂ ਵੱਡੀ ਗੱਲ ਸਰ ਪਹਿਲਾਂ ਆਪਾਂ ਕਰਦੇ ਹਾਂ ਕਿ ਅਮਰੀਕਾ ਦੀ ਡੌਂਕੀ ਲਾਉਂਦੇ ਪਹਿਲਾਂ ਕਾਫੀ ਸਮੇਂ ਦੇ ਵਿੱਚ ਲੋਕ ਡੌਂਕੀਆਂ ਲਾਉਂਦੇ ਸੀ। ਪਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਜਾਣਾ, ਉਹ ਕਿਤੇ ਰੇਤ ਥੱਲੇ ਜਾਣਾ, ਬਟ ਸਾਨੂੰ ਰਾਹ ਨਹੀਂ ਪਤਾ ਹੁੰਦਾ ਤਾਂ ਉਹ ਇੱਕ ਬੜਾ ਡਿਫੀਕਲਟ ਜਿਹਾ ਵੇ ਉੱਥੇ ਤੁਹਾਡੇ ਨਾਲ ਲੁੱਟਾਂ ਖੋਹਾਂ ਹੁੰਦੀਆਂ, ਤੁਹਾਨੂੰ ਕਿਤੇ ਲੈ ਕੇ ਜਾਂਦੇ ਕਦੇ ਕਿਤੇ ਲੈ ਕੇ, ਤੁਹਾਨੂੰ ਸਹੀ ਵੇ ਨਹੀਂ ਪਤਾ ਹੁੰਦਾ ਕਿ ਉੱਥੇ ਅਸੀਂ ਟਰੈਵਲ ਕਿਸ ਤਰੀਕੇ ਨਾਲ ਕਰਨਾ, ਕਿਹੜਾ ਸਹੀ ਰਾਹ ਕਰੈਕਟ ਰਾਹ ਹੈਗਾ। ਅਤੇ ਦੂਜੀ ਗੱਲ ਆਪਾਂ ਕਰਦੇ ਹੈਗੇ ਆ ਜਿਹੜੀ ਕਿ ਸ਼ੈਂਜਨ ਜ਼ੋਨ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਨੇ, ਜਿਹਦੇ ਵਿੱਚ 26 ਕੰਟਰੀਜ਼ ਆਉਂਦੀਆਂ ਹੈਗੇ ਨੇ। ਅਤੇ ਉਹ ਕੀ ਕਰਦੇ, ਕਈ ਬੇਲਾਰੂਸ ਯੂਕਰੇਨ ਚਲ ਜਾਂਦੇ ਆ, ਆਪਣੇ ਕਰੋਸ਼ੀਆ ਚਲ ਜਾਂਦੇ ਆ, ਜਾਂ ਹੋਰ ਛੋਟੀ ਮੋਟੀ ਕੰਟਰੀਜ਼ ਦੇ ਥਰੂ ਗ੍ਰੀਸ ਚਲ ਜਾਂਦੇ, ਟਰਕੀ ਚਲ ਜਾਂਦੇ। ਸਮਥਿੰਗ ਗ੍ਰੀਸ ਅਤੇ ਸ਼ੈਂਜਨ ਦਾ ਇੱਕ ਪਾਰਟ ਹੈਗਾ ਵਾ। ਅਤੇ ਟਰਕੀ ਦੀ ਆਪਾਂ ਗੱਲ ਕਰਦੇ, ਟਰਕੀ ਥਰੂ ਮੈਂ ਸੋਚਦਾ ਕਿ ਮੈਂ ਸ਼ਾਇਦ ਉੱਥੇ ਚਲ ਜਾਣਾ। ਉਹ ਕੋਈ ਸੌਖਾ ਵੇ ਨਹੀਂ ਹੈਗਾ। ਜੇ ਤੁਸੀਂ ਚਾਹੁੰਦੇ ਆ ਅਸੀਂ ਕੁਛ ਵਧੀਆ ਸੈਟਲ ਹੋਈਏ ਤਾਂ ਮੇਰੀ ਇੱਕ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਜਾਣਾ ਇੱਕ ਸਹੀ ਵੇ, ਇੱਕ ਸਹੀ ਪਾਥ ਨਾਲ ਜਾਓ, ਨਾ ਕਿ ਇੱਕ ਰੌਂਗ ਵੇ ਨਾਲ ਜਾਓ। ਉਹਦੇ ਨਾਲ ਤੁਹਾਨੂੰ ਇਕੱਲਿਆਂ ਨੂੰ ਪ੍ਰੋਬਲਮ ਨਹੀਂ ਹੁੰਦੀ, ਤੁਹਾਡੇ ਜਿਹੜੇ ਪਿੱਛੇ ਬੈਠੇ ਹੋਣ ਤੁਹਾਡੇ ਤੋਂ ਵੀ ਜ਼ਿਆਦਾ ਪ੍ਰੋਬਲਮ ਹੁੰਦੀ। ਇੱਕ ਤਾਂ ਅਸੀਂ ਉੱਥੇ ਫਸ ਗਏ, ਅੱਗੇ ਪਤਾ ਨਹੀਂ ਸਾਨੂੰ ਗੋਲੀ ਵੱਜੇ, ਸਾਨੂੰ ਉੱਥੇ ਉਹ ਬਾਉਂਡ ਕਰ ਦੇਣ, ਜਾਂ ਸਾਨੂੰ ਘਰ ਵਾਪਸੀ ਭੇਜ ਦੇਣ, ਜਾਂ ਸਾਨੂੰ ਜੇਲ੍ਹ 'ਚ ਪਾ ਦੇਣ। ਸਾਡੇ ਘਰਦਿਆਂ ਨੂੰ ਪਿੱਛੇ ਕਿਸੇ ਨੂੰ ਪਤਾ ਹੀ ਨਹੀਂ ਕਿ ਉੱਥੇ ਕੀ ਹੋ ਰਿਹਾ। ਜੇ ਅਸੀਂ ਸਹੀ ਪਾਥ ਨਾਲ ਸਹੀ ਵੇ ਨਾਲ ਅਸੀਂ ਜਾਂਦੇ ਹਾਂ ਤਾਂ ਸਾਨੂੰ ਸਾਡੇ ਘਰਦਿਆਂ ਨੂੰ ਪਿੱਛੇ ਪ੍ਰੋਪਰ ਪਤਾ ਹੈਗਾ ਵੀ ਗਿਆ ਹੈਗਾ ਬੰਦਾ ਵੀ ਇੱਥੇ ਦੀ ਫਲਾਈਟ ਆ। ਫਸਟ ਆਫ ਆਲ ਜਿੰਨੇ ਵੀ ਐਜੂਕੇਸ਼ਨ ਪਰਸਨ ਨੇ, ਮੈਂ ਖੁਦ ਇਹੀ ਗੱਲ ਰਿਕਮੈਂਡ ਕਰੂੰਗਾ, ਫਸਟ ਆਫ ਆਲ ਤੁਸੀਂ ਖੁਦ ਸਰਚ ਆਊਟ ਕਰੋ। ਸਾਡਾ ਹਰ ਇੱਕ ਚੀਜ਼ ਅੱਜ ਸਾਡੇ ਕੋਲ ਆ, ਸਭ ਤੋਂ ਵੱਡਾ ਹਥਿਆਰ ਸਾਡੇ ਕੋਲ, ਸਾਡੇ ਕੋਲ ਫੋਨ ਅੱਜ ਅਵੇਲੇਬਲ ਆ, ਇੰਟਰਨੈਟ ਦੀ ਫੈਸਿਲਿਟੀ ਅਵੇਲੇਬਲ ਆ। ਤੁਸੀਂ ਸਰਚ ਕਰੋ ਉਹਨਾਂ ਚੀਜ਼ਾਂ ਬਾਰੇ। ਤੁਸੀਂ USA ਦੀ ਫਾਈਲ ਲਾਉਣਾ ਹੈ ਤਾਂ ਉੱਥੇ ਸਰਚ ਕਰੋ H1B, H2B, H3 ਸਮਥਿੰਗ ਇਸ ਤਰ੍ਹਾਂ ਦੀਆਂ ਫਾਈਲਾਂ ਹੁੰਦੀਆਂ ਨੇ, ਬਟ ਉਹਨਾਂ ਦੀ ਇੱਕ ਇੰਟਰਵਿਊ ਸਿਸਟਮ ਹੁੰਦਾ ਵਾ। ਇੰਟਰਵਿਊ ਦੇ ਕਰਕੇ ਤੁਸੀਂ ਉੱਥੇ ਪ੍ਰੋਗਰੈਸ ਕਰ ਸਕਦੇ। ਜੇ ਤੁਸੀਂ ਮੰਨ ਲਓ ਸ਼ੈਂਜਨ ਜ਼ੋਨ ਦੇ ਵਿੱਚ ਜਾਣਾ ਤਾਂ ਤੁਸੀਂ ਉਹਦੀ ਡਾਕੂਮੈਂਟ ਫਾਈਲ ਦੇਖੋ, ਇੰਟਰਨੈਟ ਸਰਚ ਮਾਰੋ, ਜਿਸ ਕੰਟਰੀ ਜਾਣਾ, ਅਗਰ ਵੱਡੀ ਕੰਟਰੀ ਦੇ ਨਾਲ ਲਾਉਣਾ, ਮੈਂ ਫਿਰ ਸਿੰਪਲ ਚੈੱਕ ਰਿਪਬਲਿਕ ਦਾ ਸਰਚ ਕਰ ਲਓ, ਤੁਸੀਂ ਹੰਗਰੀ ਦਾ ਕਰ ਲਓ, ਬੈਲਜੀਅਮ ਦਾ ਕਰ ਲਓ, ਗ੍ਰੀਸ ਦਾ ਕਰ ਲਓ ਚੈੱਕ ਵੀ ਉੱਥੇ ਤੁਸੀਂ ਅਪਲਾਈ ਕਰਨਾ ਕਿੱਦਾਂ ਹੈਗਾ। ਤੁਸੀਂ ਮੰਨ ਲਓ 13 ਲੱਖ ਰੁਪਏ ਨਹੀਂ ਲਾਉਣਾ, ਮੈਂ ਸਫੀਸ਼ੀਐਂਟ ਨਹੀਂ ਹੈਗਾ ਕਿ ਮੈਂ ਨਹੀਂ 13 ਲੱਖ ਰੁਪਏ ਤਾਂ ਮੈਂ ਉਹਦਾ ਪਾਥ ਕੱਢ ਦੂੰਗਾ, ਮਤਲਬ ਵੇ ਕੱਢ ਦੂੰਗਾ। ਵੇ ਕੱਢਣ ਨੂੰ ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ। ਇਸ ਕਰਕੇ ਮੇਰੀ ਗੁਜ਼ਾਰਿਸ਼ ਇਹੀ ਆ ਕਿ ਜਦੋਂ ਜਾਣਾ ਵਾ ਤਾਂ ਸਹੀ ਵੇ ਨਾਲ ਜਾਓ, ਸਹੀ ਪਾਥ ਨਾਲ ਜਾਓ, ਕੋਈ ਰੌਂਗ ਡਿਸੀਜ਼ਨ, ਕੋਈ ਰੌਂਗ ਵੇ ਨਾਲ ਨਾ ਜਾਓ, ਕਿਉਂਕਿ ਉੱਥੇ ਬਹੁਤ ਸਾਰੀਆਂ ਮੁਸ਼ਕਿਲਾਂ ਨੇ। ਇੱਕ ਸਾਡੀ ਲੈਂਗੁਏਜ ਬੈਰੀਅਰ ਆ ਜਾਂਦਾ, ਜਿਹੜਾ ਸਾਨੂੰ ਲੈਂਗੁਏਜ ਨਹੀਂ ਪਤਾ ਹੁੰਦੀ ਕਿਸੇ ਵੀ ਕੰਟਰੀ 'ਚ ਜਾਂਦੇ ਆ। ਸ਼ੈਂਜਨ ਪਾਰਟੀਕੂਲਰ ਦੀ ਮੈਂ ਗੱਲ ਕਰਦਾ ਹਾਂ, ਬਾਕੀ ਅਸੀਂ ਜੇ ਮੰਨ ਲਓ ਕੈਨੇਡਾ ਵੀ ਜਾਂਦੇ ਹਾਂ ਤਾਂ ਕੈਨੇਡਾ ਦੀ ਵੀ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਮਥਿੰਗ। ਜੇ ਤੁਸੀਂ ਕਿਊਬੈਕ ਦੇ ਵਿੱਚ ਜਾਂਦੇ ਉੱਥੇ ਫਰੈਂਚ ਜ਼ਿਆਦਾ ਬੋਲੀ ਜਾਂਦੀ, ਓਫੀਸ਼ੀਅਲ ਲੈਂਗੁਏਜ ਜਿਹੜੀ ਉਹਨਾਂ ਦੀ ਹੈਗੀ ਆ। ਸੈਕਿੰਡ ਦੈਨ ਆਫਟਰ ਦੈਟ ਤੋਂ ਇੰਗਲਿਸ਼ ਬੋਲਦੇ
ਜੇ ਤੁਸੀਂ ਉੱਥੇ ਓਨਟਾਰੀਓ ਜਾਂਦੇ ਹੋ ਤਾਂ ਬਿਲਕੁਲ ਪਿਓਰ ਲੈਂਗੁਏਜ ਜਿਹੜੀ ਇੰਗਲਿਸ਼ ਹੀ ਸਪੀਕ ਕੀਤੀ ਜਾਂਦੀ ਹੈ, ਬੋਲੀ ਜਾਂਦੀ ਹੈ, ਓਫੀਸ਼ੀਅਲੀ ਵੀ ਉਹੀ ਯੂਜ਼ ਕਰਦੇ। ਬਟ ਮੇਰਾ ਇੱਕ ਜਿਹੜਾ ਘੁੰਮ ਘੁਮਾ ਕੇ ਵੀ ਆਉਂਦਾ ਵਾ ਉੱਥੇ ਹੀ ਆਉਂਦਾ ਵਾ ਕਿ ਤੁਸੀਂ ਕਦੇ ਵੀ ਡੌਂਕੀ ਦਾ ਰਾਹ ਨਾ ਕਰੋ। ਅੱਜ ਬਹੁਤ ਵਧੀਆ ਚੀਜ਼ਾਂ ਹੈਗੀਆਂ ਨੇ, ਅੱਜ ਬਹੁਤ ਸਾਰੀ ਫੈਸਿਲਿਟੀਜ਼ ਹੈਗੀਆਂ ਨੇ। ਪਹਿਲੇ ਸਮੇਂ ਦੇ ਵਿੱਚ ਸਾਨੂੰ ਜਾਣਕਾਰੀ ਨਹੀਂ ਹੁੰਦੀ ਸੀ, ਸਾਡੇ ਕੋਲ ਵੇ ਨਹੀਂ ਹੈਗਾ ਸੀ, ਸਿੱਖਣ ਦਾ ਵੇ ਨਹੀਂ ਹੈਗਾ ਸੀ। ਅੱਜ ਸਾਡੇ ਕੋਲ ਹਰ ਇੱਕ ਚੀਜ਼ ਬ੍ਰਹਿਮੰਡ ਦੀ ਜਿਹੜੀ ਤੁਸੀਂ ਚੀਜ਼ ਕਹੋ, ਜੋ ਕਹੋ, ਉਹ ਤੁਹਾਡੇ ਕੋਲ ਨਿਕਲ ਕੇ ਆਉਂਦਾ। ਬਟ ਤੁਹਾਨੂੰ ਸਰਚ ਕਰਨ ਦੀ ਲੋੜ ਹੈਗੀ ਹੈ। ਜਿੰਨਾ ਚਿਰ ਅਸੀਂ ਸਰਚ ਨਹੀਂ ਕਰਦੇ, ਕੁਛ ਲੱਭਦੇ ਨਹੀਂ ਹੈਗਾ, ਉਨਾ ਚਿਰ ਤੁਹਾਨੂੰ ਕੁਛ ਨਹੀਂ ਲੱਭਣਾ। ਤੁਸੀਂ ਉੱਥੇ ਦੇਖ ਕੇ ਬੈਠੇ ਰਹੋ। ਮਤਲਬ ਕਹਿੰਦਾ ਬਾਬੂ ਜਦੋਂ ਤੁਸੀਂ ਸਰਚ ਕਰੋਗੇ, ਇੱਕ ਗਲਤ ਵੇ ਨਾ ਚੁਣੋ। ਮੈਂ ਕਹਿੰਦਾ ਜਿੰਨੇ ਜਾਣਾ ਐਬਰੋਡ ਜਾਣਾ, ਇੱਕ ਸਹੀ ਪਾਥ, ਇੱਕ ਸਹੀ ਵੇ ਹੋਵੇ ਤੁਹਾਡੇ ਕੋਲ ਜਾਣ ਦਾ ਕਿ ਤੁਸੀਂ ਕਿੱਥੋਂ ਕਿੱਥੇ ਅਪਲਾਈ ਕਰ ਰਹੇ ਹੋ। ਤੁਹਾਨੂੰ ਕਰੈਕਟ ਤਾਂ ਪਤਾ ਹੈਗਾ ਨਾ ਕਿ ਮੈਂ ਇੱਥੋਂ ਇੱਥੇ ਜਾਣਾ। ਮੰਨ ਲਓ ਜੇ ਤੁਹਾਡੀ ਉੱਥੋਂ ਤੁਹਾਨੂੰ ਕੋਈ ਓਬਜੈਕਸ਼ਨ ਆਉਂਦਾ ਜਾਂ ਤੁਹਾਨੂੰ ਕੋਈ ਰਿਜੈਕਸ਼ਨ ਆਉਂਦੀ ਤਾਂ ਡਾਇਰੈਕਟ ਆਪਣੇ ਕੰਟਰੀ ਵਾਪਸ ਆ ਜਾਓ ਕਿ ਤੁਹਾਡਾ ਨੁਕਸਾਨ ਤਾਂ ਨਹੀਂ ਹੋਇਆ। 1-2 ਲੱਖ ਦਾ ਹੋ ਗਿਆ ਹੋਗਾ ਨੁਕਸਾਨ, ਤਾਂ ਕੋਈ ਬੰਦਾ ਚੱਲ ਲੈਂਦਾ, ਉਹ ਫੀਸ ਦੁਆਰਾ ਜਨਰੇਟ ਕਰ ਲੈਂਦਾ, ਉਨੀ ਫੀਸ ਦੁਆਰਾ ਉਹ ਸਿਸਟਮ ਨੂੰ ਕ੍ਰੀਏਟ ਕਰ ਲੈਂਦਾ ਵਾ, ਉਹਨਾਂ ਕੁ ਮਨੀ ਦਾ ਆਪਣੀ ਸੈਟਲਮੈਂਟ ਹੋ ਜਾਂਦੀ ਹੈ। ਜੇ ਅਸੀਂ ਡੌਂਕੀ ਵਾਲਾ ਉਹਨੇ ਇੱਕ ਤਾਂ ਬੰਦਾ ਗਿਆ, ਬੰਦਾ ਵਾਪਸ ਨਹੀਂ ਆਉਂਦਾ ਹੈ। ਮੰਨ ਲਓ ਰਾਹ ਦੇ ਵਿੱਚ ਮਰ ਗਿਆ, ਕਿੱਥੇ ਮਰ ਗਿਆ, ਮੈਂ ਕਹਿੰਦਾ ਨਹੀਂ ਮੇਰੇ ਭਰਾ ਕੋਈ ਵੀ ਦੱਸਾਂ। ਤੁਸੀਂ ਸਾਰੇ ਜਾਣੇ ਖੁਸ਼ ਰਹੋ, ਆਪਣੇ ਘਰ ਕਰੋ, ਆਬਾਦ ਰਹੋ, ਜਿੱਥੇ ਜਾਣਾ ਸਹੀ ਪਾਸ ਨਾ ਕਰੋ। ਤੁਸੀਂ ਜੇ ਬੜੀ ਚਾਹੁੰਦੇ ਆ ਕਿ ਸਾਡੇ ਤੋਂ ਬਹੁਤ ਪੈਸੇ ਹੈਗੇ ਅਤੇ ਇੱਕ ਸਹੀ ਪਾਸ ਹੋ ਜਾਂਦੇ, ਏਜੰਟ ਵੀ ਉੱਦਾਂ ਦਾ ਚੁਣੋ ਜਿਹੜਾ ਸਹੀ ਹੋਵੇ, ਜਾਣਕਾਰ ਹੋਵੇ, ਪ੍ਰੋਪਰਲੀ ਤੁਹਾਡੇ ਨਾਲ ਜਾਣਕਾਰੀ ਰੱਖਦਾ ਹੋਵੇ। ਬਟ ਏਜੰਟਾਂ 'ਤੇ ਕੋਈ ਯਕੀਨ ਨਹੀਂ ਹੈਗਾ। ਮੈਂ ਫਸਟ ਆਫ ਆਲ ਇਹੀ ਪ੍ਰੈਫਰ ਕਰਦਾ ਕਿ ਤੁਸੀਂ ਖੁਦ ਕਰ ਲਓ। ਅੱਜ ਸਾਡੇ ਕੋਲ ਹਰ ਇੱਕ ਚੀਜ਼ ਅਵੇਲੇਬਲ ਹੈਗੀ, ਇੰਟਰਨੈਟ ਹੈਗਾ, YouTube ਹੈਗਾ, YouTube 'ਤੇ ਜਾਓ, ਸਰਚ ਕਰੋ, ਕੁਛ ਵੀ ਕਰੋ। ਤੁਸੀਂ ਕਿਹੜੀ ਕੰਟਰੀ ਜਾਣਾ ਉੱਥੇ ਸਰਚ ਕਰੋ, ਉੱਥੇ ਡਾਕੂਮੈਂਟ ਪ੍ਰੋਸੈਸ ਕਰੋ, ਕਿਉਂਕਿ ਡਾਕੂਮੈਂਟ ਚਾਹੀਦੇ, ਉਹਨਾਂ ਦੀ ਕਿੱਦਾਂ ਬੈਂਕ ਸਟੇਟਮੈਂਟ ਕਿੱਦਾਂ ਹੋਣੀ ਆ, ਅਸੀਂ ਅਪਲਾਈ ਕਿਸ ਤਰ੍ਹਾਂ ਕਰਨਾ। ਬਹੁਤ ਸਾਰੀ ਚੀਜ਼ਾਂ ਨੇ। ਮੈਂ ਇਹੀ ਚਾਹੂੰਗਾ ਕਿ ਤੁਸੀਂ ਜਿੰਨੇ ਵੀ ਜਾਣਾ ਹੈਗੇ ਨੇ ਮੈਨੂੰ ਦੇਖ ਰਹੇ ਹੋ ਤਾਂ ਉਹ ਕੋਈ ਗਲਤ ਪਾਥ, ਗਲਤ ਵੇ ਨਾ ਜਾਣ। ਇੱਕ ਸਹੀ ਪਾਥ ਹੋਵੇ, ਇੱਕ ਸਹੀ ਵੇ ਹੋਵੇ ਜਿਹਦੇ ਨਾਲ ਸਾਨੂੰ ਜਾਣਾ ਆਸਾਨ ਹੋਵੇ, ਨਾ ਕਿ ਸਾਨੂੰ ਕੋਈ ਡਿਫੀਕਲਟ ਹੋਵੇ। ਚਲੋ ਜੀ, ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ। ਅਗਲੀ ਵੀਡੀਓ 'ਚ ਅਸੀਂ ਕੁਛ ਹੋਰ ਐਕਸਪਲੇਨ ਕਰਾਂਗੇ, ਕਿਉਂਕਿ ਮੇਰੇ ਤੋਂ ਭੰਡਾਰ ਬੜਾ ਹੈ। ਜੇ ਤੁਸੀਂ ਮੈਨੂੰ ਕਹੋਗੇ ਕਿ ਜੋਤਿਸ਼ ਬਾਰੇ ਗਿਆਨ ਦੇਵਾਂਗੇ ਤਾਂ ਫਿਰ ਜੋਤਿਸ਼ ਬਾਰੇ ਸ਼ੁਰੂ ਕਰ ਲਾਂਗੇ। ਜੇ ਤੁਸੀਂ ਕਹੋਗੇ ਕਿ ਮੈਨੂੰ ਅਫੀਲੀਏਟ ਮਾਰਕੀਟਿੰਗ ਦੇ ਥਰੂ ਕੁਛ ਕੰਮ ਕਰਨਾ, ਉਹਦੇ ਬਾਰੇ ਤੁਹਾਨੂੰ ਸਿਖਾ ਦਾਂਗੇ। ਹੋਰ ਬੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੋ ਕਿ ਸਾਨੂੰ ਸਿੱਖਣ ਦੀ ਲੋੜ ਹੈਗੀ। ਅਸੀਂ ਜੇ ਨਹੀਂ ਉੱਥੇ ਜਾਂਦੇ ਤਾਂ ਅਸੀਂ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੇ। ਅਸੀਂ ਕਿਸੇ ਨਾ ਕਿਸੇ ਪਿੱਛੇ ਬੈਕਅਪ 'ਤੇ ਰਹਿ ਜਾਂਦੇ, ਜਿੱਥੋਂ ਅਸੀਂ ਅੱਗੇ ਜਾ ਨਹੀਂ ਪਾਉਂਦੇ, ਅਸੀਂ ਅੱਗੇ ਵਧ ਨਹੀਂ ਪਾਉਂਦੇ। ਉਹ ਸਾਰੀਆਂ ਚੀਜ਼ਾਂ ਨੇ ਅਗਲੀ ਵੀਡੀਓ